सुनी पुकार दातार प्रभ गुरु नानक जग माहे पठाया। भाई गुरदास जी दे कथन अनुसार गुरु नानक पातशाह जी दे आगमन तो पहला संसार की जो हालत सी बहुत तरसयोग हो चुकी सी। वहम भरम अनेकां कुर्तियां जन्म लै चुकियां सन। धर्म भी केवल पखंड बन के रह गया सी। संसार की हालत ऐसी सी। गुरु नानक पातशाह जी दे बचन कल काती राजे का साई धर्म पंख कर उडरिया। कूड़ अमावस सच चंद्रमा दिसै नाही कह चढ़िया। हूँ भाल विकुन्नी होई आंधेरे राह ना कोई। दुनिया ते इन्ना पाप वहम भरम वध चुका सी। धरती ने पुकार की अकाल पुरख वाहिगुरू अगे। इन्ना पाप इन्ने वहम भरम बुराइयां संसार अंदर जन्म लै चुकियां हैं। इन्ना पापियां दा जिहड़ा भार चुकना मुश्किल हो गया है, क्योंकि धरती ते अनेकां वड्डे वड्डे पहाड़ ने दरख्त ने। धरती ने सबना दा भार चुकिया पर उन्हां दा भार धरती नूं भार नहीं लगदा। धरती ने किन्हां दे भार बाबत गल कीती है। विसरिया जिन नाम ते भोए भार थिए। जिन्हां नूं परमात्मा दा नाम विसर गया, जो वहमां भरमां विच पै के परमात्मा दे नाम नूं विसार दिंदे ने, जिन्हां दे हिरदे नाम तो सखणे ने वांझे ने, उन्हां बाबत धरती ने पुकार की। विसरिया जिन नाम ते भोए भार थिए। इहो जे वहमां भरमां विच रब नूं भुल्ले होए बंदियां दा जिहड़ा भार है ਉਹ ਚੁੱਕਣਾ ਮੁਸ਼ਕਲ ਹੋ ਗਿਆ ਹੈ। ਹੁਣ ਕਿਸੇ ਰਹਿਬਰ ਕਿਸੇ ਅਵਤਾਰ ਨੂੰ ਸੰਸਾਰ ਤੇ ਭੇਜਣਾ ਕਰੋ। ਫਿਰ ਪਰਮਾਤਮਾ ਨੇ ਧਰਤੀ ਦੀ ਅਰਦਾਸ ਬੇਨਤੀ ਨੂੰ ਕਬੂਲ ਕੀਤਾ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪ ਪਰਮਾਤਮਾ ਨੇ ਸੰਸਾਰ ਤੇ ਭੇਜਿਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਅੱਜ ਦੇ ਦਿਨ ਅਪ੍ਰੈਲ ਮਹੀਨੇ ਵਿੱਚ 1469 ਈਸਵੀ ਨੂੰ ਅੰਮ੍ਰਿਤ ਵੇਲੇ ਮਾਤਾ ਤ੍ਰਿਪਤਾ ਜੀ ਮਹਿਤਾ ਕਾਲੂ ਜੀ ਦੇ ਘਰ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ, ਜੋ ਕਿ ਅੱਜ ਕੱਲ ਪਾਕਿਸਤਾਨ ਵਿਖੇ ਉੱਥੇ ਹੋਇਆ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਮਾਤਾ ਪਿਤਾ ਦੀ ਕਿੰਨੀ ਬੰਦਗੀ, ਪਿਛਲੇ ਜਨਮਾਂ ਦੀ ਕਿੰਨੀ ਕਮਾਈ ਹੋਵੇਗੀ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਪਿਤਾ ਦਾ ਹੋਣ ਦਾ ਮਾਣ ਪ੍ਰਾਪਤ ਹੋਇਆ। ਧੰਨ ਮਾਤਾ ਤ੍ਰਿਪਤਾ ਜਿਨ੍ਹਾਂ ਦਾ ਨਾਮ ਲੈਂਦੇ ਸੀਸ ਸਤਕਾਰ ਵਜੋਂ ਝੁਕ ਜਾਂਦਾ ਹੈ। ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਜਿਨ੍ਹਾਂ ਦੀ ਕੁੱਖ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਾਧ ਸੰਗਤ ਜੀ, ਇੱਕ ਗੱਲ ਤੇ ਧਿਆਨ ਦੇਣ ਵਾਲੀ ਹੈ। ਜਿੰਨੇ ਵੀ ਗੁਰੂ ਸਾਹਿਬ ਨੇ ਆਪਾਂ ਉਹਨਾਂ ਦੇ 3 ਗੁਰਪੁਰਬ ਮਨਾਉਂਦੇ ਆ। ਪ੍ਰਕਾਸ਼ ਦਿਹਾੜਾ, ਗੁਰਗੱਦੀ ਦਿਵਸ ਤੇ ਜੋਤੀ ਜੋਤ ਦਿਹਾੜਾ। ਕੇਵਲ ਤਾਂ ਕੇਵਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੇ ਆਪਾਂ ਕੇਵਲ 2 ਗੁਰਪੁਰਬ ਮਨਾਉਂਦੇ ਆ। ਇੱਕ ਪ੍ਰਕਾਸ਼ ਦਿਹਾੜਾ ਤੇ ਇੱਕ ਜੋਤੀ ਜੋਤ ਦਿਹਾੜਾ। ਗੁਰਗੱਦੀ ਦਿਵਸ ਆਪਾਂ ਨਹੀਂ ਮਨਾਉਂਦੇ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੁਰਿਆਈ ਧੁਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਈ ਸੀ। ਧੁਰ ਤੋਂ ਹੀ ਗੁਰਿਆਈ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ, ਸੰਸਾਰ ਤੇ ਪ੍ਰਮਾਤਮਾ ਨੇ ਭੇਜਿਆ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਅਨੇਕਾਂ ਰਹਿਬਰ ਸੰਸਾਰ ਤੇ ਆਏ, ਪਰ ਕਿਸੇ ਨੂੰ ਸਾਂਝੇ ਰਹਿਬਰ ਹੋਣ ਦਾ ਮਾਣ ਪ੍ਰਾਪਤ ਨਹੀਂ। ਕੇਵਲ ਤਾਂ ਕੇਵਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੁਨੀਆ ਦੇ ਐਸੇ ਪਹਿਲੇ ਇੱਕ ਮਾਤਰ ਰਹਿਬਰ ਨੇ ਜਿਨ੍ਹਾਂ ਨੂੰ ਸਾਂਝੇ ਰਹਿਬਰ ਹੋਣ ਦਾ ਮਾਣ ਪ੍ਰਾਪਤ ਹੈ। ਉਹਨਾਂ ਨੂੰ ਸਾਂਝੇ ਰਹਿਬਰ ਹੋਣ ਦਾ ਮਾਣ ਪ੍ਰਾਪਤ ਹੈ। ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਵੀ ਗਏ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਹਿਬਰ ਕਰਕੇ ਪੂਜਿਆ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਭਾਵੇਂ ਨੇਪਾਲ, ਭੂਟਾਨ, ਬਰਮਾ, ਚੀਨ, ਬਗਦਾਦ, ਇਰਾਕ, ਸੰਗਲਾਦੀਪ, ਜਿੱਥੇ ਵੀ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਪਏ, ਉਹ ਥਾਂ ਪੂਜਣ ਯੋਗ ਹੋ ਗਈ। ਸਾ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ।
ਰਾਮ ਰਾਜੇ ਉਹ ਥਾਵਾਂ ਪੂਜਣ ਯੋਗ ਹੋ ਗਈਆਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਪਏ, ਜਿਸ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ। ਉਹਨਾਂ ਨੇ 4 ਵਰਨਾਂ ਨੂੰ ਇੱਕ ਵਰਣ ਕਰ ਦਿੱਤਾ। ਧਰਮ ਦੇ 4 ਪੈਰ ਮੰਨੇ ਸਨ, 4 ਪੈਰ ਧਰਮ ਦੇ 4 ਵਰਣ ਇੱਕ ਵਰਣ ਕਰਾਇਆ। ਭੇਦ ਭਾਵ ਖਤਮ ਕਰ ਦਿੱਤੇ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਭਾਵੇਂ ਕੋਈ ਅਮੀਰ ਹੈ ਗਰੀਬ ਹੈ, ਸਭ ਨੂੰ ਬਰਾਬਰ ਦਾ ਦਰਜਾ ਦਿੱਤਾ। ਸਾਰੇ ਭੇਦ ਭਾਵ ਵਹਿਮ ਭਰਮ ਉਹ ਸਭ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਟ ਕੇ ਰੱਖ ਦਿੱਤੇ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਕਲਯੁਗ ਨੂੰ ਤਾਰਨ ਵਾਸਤੇ ਸੰਸਾਰ ਤੇ ਆਏ ਸਨ। ਸੰਸਾਰ ਦੀ ਹਾਲਤ ਬਹੁਤ ਤਰਸਯੋਗ ਸੀ, ਪਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਆਏ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ। ਇਹ ਹਨੇਰਾ 2 ਤਰ੍ਹਾਂ ਦਾ ਮੰਨਿਆ, ਇੱਕ ਕਾਲੀ ਰਾਤ, ਰਾਤ ਦਾ ਹਨੇਰਾ, ਇੱਕ ਜੋ ਸਰਦੀਆਂ ਵਿੱਚ ਧੁੰਦ ਪੈਂਦੀ ਹੈ ਜਿਹਨੂੰ ਚਿੱਟਾ ਹਨੇਰਾ ਵੀ ਆਖਿਆ ਜਾਂਦਾ। ਜੋ ਰਾਤ ਦਾ ਹਨੇਰਾ ਹੈ ਉਹਨੂੰ ਦੀਵਾ ਬਾਲ ਕੇ ਜਾਂ ਬਲਬ ਬਾਲ ਕੇ ਉਹਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਸਾਧ ਸੰਗਤ ਜੋ ਸਰਦੀਆਂ ਵਿੱਚ ਧੁੰਦ ਪੈਂਦੀ ਹੈ, ਜੋ ਧੁੰਦ ਦਾ ਚਿੱਟਾ ਹਨੇਰਾ ਹੈ, ਇਹਨੂੰ ਬਲਬ ਤਾਂ ਦੂਰ, ਛੇਤੀ ਕਿਤੇ ਸੂਰਜ ਦੀ ਰੋਸ਼ਨੀ ਨਾਲ ਵੀ ਇਹ ਹਨੇਰਾ ਦੂਰ ਨਹੀਂ ਹੁੰਦਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਸੂਰਜਾਂ ਦੇ ਸੂਰਜ, ਐਸਾ ਉਹਨਾਂ ਦਾ ਪ੍ਰਕਾਸ਼ ਹੋਇਆ। ਪ੍ਰਕਾਸ਼ ਹੁੰਦਿਆਂ ਜੋ ਲੋਕਾਂ ਦੇ ਮਨਾਂ ਤੇ ਵਹਿਮਾਂ ਭਰਮਾਂ ਦਾ ਜੋ ਹਨੇਰਾ ਧੁੰਦ ਛਾਏ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਹਨੇਰੇ ਧੁੰਦ ਨੂੰ ਮੇਟ ਕੇ ਰੱਖ ਦਿੱਤਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਆ ਕੇ ਗਰਜੇ, ਜਿਵੇਂ ਸ਼ੇਰ ਗਰਜਦਾ। ਸ਼ੇਰ ਦੀ ਗਰਜਨਾ ਆਵਾਜ਼ ਸੁਣ ਕੇ ਹਿਰਨਾਂ ਦੀਆਂ ਡਾਰਾਂ ਭੱਜ ਖਲੋਂਦੀਆਂ ਨੇ ਜਿੱਧਰ ਉਹਨਾਂ ਦਾ ਮੂੰਹ ਹੁੰਦਾ ਹੈ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸ਼ੇਰ ਵਾਂਗੂ ਗਰਜੇ, ਜੋ ਵਹਿਮ ਭਰਮ ਕੁਰੀਤੀਆਂ ਕਰਮ ਕਾਂਡ ਸਨ, ਜੋ ਕਰਮ ਕਾਂਡੀ ਲੋਕ ਸਨ, ਉਹਨਾਂ ਨੂੰ ਭਜਦਿਆਂ ਰਾਹ ਨਹੀਂ ਲੱਭਾ। ਗੁਰੂ ਨਾਨਕ ਪਾਤਸ਼ਾਹ ਜੀ ਸੱਚ ਦਾ ਮਾਰਗ, ਸੱਚ ਦਾ ਰਸਤਾ ਲੋਕਾਈ ਨੂੰ ਦਰਸਾਇਆ। ਜਿੱਥੇ ਬਾਬਾ ਪੈਰ ਧਰੈ ਪੂਜਣ ਆਸਣ ਥਾਪਨ ਸੋਆ। ਜਿੱਥੇ ਜਿੱਥੇ ਪਹਿਲਾਂ ਵੀ ਅਰਜ਼ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਚਰਨ ਪਏ, ਉਹ ਥਾਵਾਂ ਪੂਜਣ ਯੋਗ ਹੋ ਗਈਆਂ, ਸਤਿਕਾਰਯੋਗ ਹੋ ਗਈਆਂ। ਇੱਥੋਂ ਤੱਕ ਜਿਸ ਪੱਥਰ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪੰਜਾ ਛੋਹਿਆ, ਉਹ ਪੱਥਰ ਵੀ ਪੰਜਾ ਸਾਹਿਬ ਬਣ ਗਿਆ, ਉਹ ਪੱਥਰ ਵੀ ਪੂਜਣ ਯੋਗ ਹੋ ਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ। ਆਗਮਨ ਤੋਂ ਪਹਿਲਾਂ ਦੌਲਤਾਂ ਦਾਈ ਇਤਿਹਾਸ ਵਿੱਚ ਨਾ ਆਉਂਦਾ ਹੈ। ਉਹ ਜਦੋਂ ਵੀ ਲੰਘਦੀ ਹੈ, ਮਹਿਤਾ ਕਾਲੂ ਜੀ ਨੂੰ ਆਖ ਕੇ ਲੰਘਦੀ ਹੈ ਵੀ ਤੇਰੇ ਘਰ ਪੁੱਤਰ ਹੋਇਆ, ਮੈਂ ਤੇਰੇ ਕੋਲੋਂ ਵਧਾਈਆਂ ਮੰਗ ਕੇ ਲੈਣੀਆਂ ਨੇ, ਤੇਰੇ ਘਰੋਂ ਮੈਂ ਰੱਜ ਕੇ ਜਾਣਾ ਹੈ। ਕਿਉਂਕਿ ਮਹਿਤਾ ਕਾਲੂ ਜੀ ਦਾ ਘਰ ਬਹੁਤ ਅਮੀਰ ਸੀ, ਪਟਵਾਰੀ ਸਨ। ਤੇ ਰਾਏ ਭੋਏ ਦੇ ਤਲਵੰਡੀ ਦਾ ਜਿਹੜਾ ਮਾਲਕ ਰਾਏ ਬੁਲਾਰ, ਉਹਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ, ਉੱਠਣਾ ਬਹਿਣਾ, ਵੀ ਅਮੀਰ ਘਰਾਨਾ ਸੀ, ਕਿਸੇ ਗੱਲ ਦੀ ਕਮੀ ਨਹੀਂ ਸੀ। ਬਾਰ-ਬਾਰ ਲੰਘਣਾ ਵੀ ਮੈਂ ਰੱਜ ਕੇ ਜਾਣਾ ਤੇਰੇ ਕੋਲੋਂ, ਮੰਗ ਕੇ ਤੇਰੇ ਕੋਲੋਂ ਦਾਤਾਂ ਲੈਣੀਆਂ ਨੇ। ਤੇ ਮਹਿਤਾ ਕਾਲੂ ਜੀ ਨੇ ਸਹਿਜੇ ਆਖ ਦੇਣਾ ਵੀ ਉਹ ਭਾਗਾਂ ਵਾਲਾ ਦਿਨ ਆਵੇ, ਮੈਂ ਤੈਨੂੰ ਮੰਗਣ ਹੀ ਨਹੀਂ ਦੇਣਾ, ਮੰਗਣ ਤੋਂ ਪਹਿਲਾਂ ਮੈਂ ਤੇਰੀਆਂ ਝੋਲੀਆਂ ਭਰ ਦੇਣੀਆਂ ਨੇ, ਤੈਨੂੰ ਰਜਾ ਕੇ ਘਰੋਂ ਤੋਰਾਂਗਾ। ਸਾਧ ਸੰਗਤ ਜੀ, ਇੱਕ ਗੱਲ ਤੇ ਧਿਆਨ ਯੋਗ ਵੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਉਹਨਾਂ ਦੀ 5 ਸਾਲ ਵੱਡੀ ਭੈਣ ਬੇਬੇ ਨਾਨਕੀ, ਨਾਨਕੇ ਘਰ ਜਨਮ ਹੋਣ ਕਾਰਨ ਪਿਆਰ ਦਾ ਨਾਮ ਰੱਖ ਦਿੱਤਾ ਨਾਨਕੀ। ਹੁਣ 5 ਸਾਲਾਂ ਬਾਅਦ ਅਪ੍ਰੈਲ ਮਹੀਨਾ ਅੰਮ੍ਰਿਤ ਵੇਲੇ 1469 ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਦੌਲਤਾਂ ਦਾਈ ਬਾਹਰ ਆਈ, ਆ ਕੇ ਮਹਿਤਾ ਕਾਲੂ ਜੀ ਨੂੰ ਆਖਦੀ, ਵਧਾਈ ਹੋਵੇ, ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਹੁਣ ਵਾਅਦੇ ਅਨੁਸਾਰ ਮਹਿਤਾ ਕਾਲੂ ਜੀ ਨੇ ਆਖਿਆ, ਮੰਗ ਤੈਨੂੰ ਕੀ ਚਾਹੀਦਾ? ਅੱਜ ਦੌਲਤਾਂ ਦਾਈ ਜੋ ਮੰਗ ਕੇ ਵਧਾਈਆਂ ਲੈਂਦੀ ਸੀ, ਹੱਥ ਜੋੜ ਕੇ ਆਖਦੀ ਹੈ, ਮਹਿਤਾ ਕਾਲੂ, ਮੇਰੀ ਜਨਮਾਂ ਦੀ ਭੁੱਖ ਮਿਟ ਗਈ, ਮੇਰੀ ਤ੍ਰਿਪਤੀ ਹੋ ਗਈ।
ਇਸ ਬੱਚੇ ਦੇ ਦਰਸ਼ਨ ਕਰਕੇ ਇਹ ਕੋਈ ਆਮ ਬੱਚਾ ਨਹੀਂ, ਇਹ ਖੁਦਾ ਦਾ ਨੂਰ ਹੈ, ਇਹ ਪ੍ਰਮਾਤਮਾ ਦਾ ਰੂਪ ਹੈ। ਮੇਰੇ ਇਹਨਾਂ ਹੱਥਾਂ ਵਿੱਚ ਸੈਂਕੜਿਆਂ ਬੱਚਿਆਂ ਨੇ ਜਨਮ ਲਿਆ, ਬੱਚੇ ਰੋਂਦੇ ਪੈਦਾ ਹੁੰਦੇ ਨੇ, ਪਰ ਇਹ ਪਹਿਲਾ ਬੱਚਾ ਜੋ ਹੱਸਦਾ ਮੁਸਕਰਾਉਂਦਾ ਸੰਸਾਰ ਤੇ ਆਇਆ ਹੈ। ਮੈਨੂੰ ਸਮਝ ਲੱਗ ਗਈ ਇਹ ਲੋਕਾਂ ਦੇ ਰੋਣੇ ਮਿਟਾ ਕੇ ਉਹਨਾਂ ਦੀ ਝੋਲੀਆਂ ਵਿੱਚ ਇਹਨੇ ਹਾਸੇ ਪਾਉਣੇ ਨੇ, ਇਸਨੇ ਤਪਦੀ ਲੁਕਾਈ ਨੂੰ ਠੰਡ ਪਾਉਣੀ ਹੈ। ਪਰ ਮਹਿਤਾ ਕਾਲੂ ਜੀ ਆਖਦੇ ਨੇ, ਨਹੀਂ ਮਾਂ, ਕੁਝ ਮੰਗ। ਕਹਿੰਦੀ ਅੱਜ ਮੇਰਾ ਦਿਲ ਕਰਦਾ ਮੰਗਣ ਦੀ ਗੱਲ ਦੂਰ, ਵੀ ਜਿਹੜਾ ਕੁਝ ਵੀ ਮੇਰੇ ਕੋਲ ਹੈ ਉਹ ਵੀ ਮੈਂ ਇਸ ਬੱਚੇ ਤੋਂ ਕੁਰਬਾਨ ਕਰਦਾ, ਸਦਕੇ ਕਰਦਾ। ਮੇਰਾ ਨਾਂ ਦੌਲਤਾਂ ਸੀ, ਪਰ ਮੈਂ ਹੈ ਮੰਗਤੀ ਸਾਂ, ਪਰ ਅੱਜ ਇਸ ਬੱਚੇ ਦਾ ਨੂਰਾਨੀ ਚਿਹਰਾ ਵੇਖ ਕੇ ਦਰਸ਼ਨ ਕਰਕੇ ਮੇਰੇ ਤੇ ਐਸੀ ਕਿਰਪਾ ਵਰਤੀ ਹੈ ਵੀ ਅੱਜ ਮੈਂ ਸੱਚਮੁੱਚ ਦੌਲਤ ਵਾਲੀ ਬਣ ਗਈ ਆ। ਉਹ ਮੈਨੂੰ ਰੂਹਾਨੀ ਦੌਲਤ ਮਿਲੀ ਹੈ ਜੋ ਕੋਈ ਮੇਰੇ ਕੋਲੋਂ ਵੰਡਾ ਨਹੀਂ ਸਕਦਾ, ਕੋਈ ਮੇਰੇ ਕੋਲੋਂ ਚੋਰੀ ਨਹੀਂ ਕਰ ਸਕਦਾ। ਅੱਜ ਮੈਂ ਸੱਚਮੁੱਚ ਰੱਜ ਗਈ ਆ, ਮੇਰੀ ਤ੍ਰਿਪਤੀ ਹੋ ਗਈ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ ਤੇ ਦੌਲਤਾਂ ਦਾ ਹੀ ਕਹਿ ਸਕਦੇ ਆ ਪਹਿਲੀ ਗੁਰਸਿੱਖ ਬੀਬੀ ਜਿਹਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੀਦਾਰ ਕੀਤਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਤੁਰਨਾ ਸਿੱਖਦੇ ਨੇ। ਭੈਣ ਨਾਨਕੀ ਉਂਗਲੀ ਫੜ ਕੇ ਆਪਣੇ ਛੋਟੇ ਵੀਰ ਨੂੰ ਤੁਰਨਾ ਸਿਖਾਉਂਦੀ ਹੈ। ਭੈਣ ਨਾਨਕੀ ਦੀ ਵੀ ਕਿੰਨੀ ਕਮਾਈ ਹੋਵੇਗੀ, ਪਿਛਲੇ ਜਨਮਾਂ ਦੀ 5 ਬੰਦਗੀ ਹੋਵੇਗੀ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਹੋਣ ਦਾ ਮਾਣ ਪ੍ਰਾਪਤ ਹੈ। ਉਹ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਉਂਗਲੀ ਫੜ ਕੇ ਸੱਚ ਦੇ ਰਾਹ ਤੇ ਤੁਰਨਾ ਸਿਖਾਇਆ, ਉਹਨਾਂ ਨੂੰ ਭੈਣ ਨਾਨਕੀ ਤੁਰਨਾ ਸਿਖਾਉਂਦੀ ਹੈ। ਇਹ ਕਿੰਨੇ ਮਾਣ ਵਾਲੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਥੋੜੇ ਬੜੇ ਹੋਏ, ਪਿਤਾ ਚਾਹੁੰਦੇ ਸਨ ਵੀ ਚੰਗੇ ਪੜ੍ਹ ਲਿਖ ਜਾਣ, ਕਿਉਂਕਿ ਹਰੇਕ ਪਿਤਾ ਚਾਹੁੰਦਾ ਵੀ ਜਿੰਨਾ ਮੈਂ ਪੜ੍ਹਿਆ ਮੇਰਾ ਬੱਚਾ ਮੇਰੇ ਨਾਲੋਂ ਵੱਧ ਪੜ੍ਹੇ, ਕਾਮਯਾਬ ਮੇਰੇ ਨਾਲੋਂ ਵੱਧ ਹੋਵੇ। ਉਹ ਆਮ ਸੰਸਾਰੀ ਬੱਚਾ ਸਮਝਦੇ ਸਨ। ਪਹਿਲਾਂ ਪੰਡਤ ਹਰਦਿਆਲ ਕੋਲ ਭੇਜਿਆ, ਮੌਲਵੀ ਕੋਲ, ਕਾਜੀ ਕੋਲ, ਵੀ ਪੰਜਾਬੀ, ਹਿੰਦੀ, ਫਾਰਸੀ ਦੇ ਚੰਗੇ ਇਹ ਜਾਣੂ ਹੋ ਜਾਣ। ਪਰ ਗੁਰੂ ਨਾਨਕ ਪਾਤਸ਼ਾਹ ਜੀ ਕੁਝ ਚਿਰ ਪੜ੍ਹਦੇ, ਇਹੋ ਜਿਹੇ ਸਵਾਲ ਆਪਣੇ ਉਸਤਾਦਾਂ ਨੂੰ ਪੁੱਛਦੇ, ਰੂਹਾਨੀਅਤ ਦੇ ਉਹਨਾਂ ਕੋਲ ਜਵਾਬ ਨਾ ਹੁੰਦਾ। ਆਖਰ ਸਾਰਿਆਂ ਨੇ ਹੱਥ ਜੋੜ ਕੇ ਇਹ ਇਨਕਾਰ ਕਰ ਦਿੱਤਾ ਵੀ ਇਹ ਤਾਂ ਪੜ੍ਹੇ ਹੋਏ ਨੇ, ਇਹਨਾਂ ਪੜ੍ਹਿਆ ਹੋਇਆਂ ਨੂੰ ਕੀ ਪੜ੍ਹਾਉਣਾ, ਇਹ ਤਾਂ ਸਮੁੱਚੇ ਸੰਸਾਰ ਨੂੰ ਸੱਚ ਦਾ ਪਾਠ ਪੜ੍ਹਾਉਣ ਵਾਸਤੇ ਆਏ। ਪਿਤਾ ਦੀ ਬੜੀ ਚਿੰਤਾ ਵਧੀ ਵੀ ਪੜ੍ਹੇ ਲਿਖੇ ਨਹੀਂ ਤੇ ਗੁਜ਼ਾਰਾ ਕਿਵੇਂ ਚੱਲੇਗਾ। ਆਖਰ ਸਲਾਹ ਮਸ਼ਵਰਾ ਕਰਕੇ ਕੁਝ ਮੱਝਾਂ ਲੈ ਦਿੱਤੀਆਂ ਵੀ ਤੁਸੀਂ ਮੱਝਾਂ ਚਾਰਨ ਦਾ ਕੰਮ ਕਰਨਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਾਮੀ ਭਰ ਦਿੱਤੀ, ਕਿਉਂਕਿ ਇਹ ਕੰਮ ਉਹਨਾਂ ਦੇ ਮਨ ਮੁਤਾਬਕ ਸੀ। ਇਕਾਂਤ ਵਿੱਚ ਰਹਿਣਾ, ਮੱਝਾਂ ਚਾਰਨੀਆਂ, ਭਜਨ ਬੰਦਗੀ ਕਰਨੀ। ਹੁਣ ਦੇਖੋ ਇੱਕ ਰਸਮ ਹੁੰਦੀ ਹੈ ਜਨੇਊ ਦੀ। ਜਦੋਂ ਜਨੇਊ ਧਾਰਨ ਕਰਨ ਦਾ ਸਮਾਂ ਆਇਆ, ਗੁਰੂ ਨਾਨਕ ਪਾਤਸ਼ਾਹ ਜੀ ਪਹਿਲਾਂ ਨਾ ਬੋਲੇ। ਜਦੋਂ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਪਹੁੰਚੇ, ਜਦੋਂ ਮੌਕਾ ਆਇਆ, ਪੰਡਤ ਹਰਦਿਆਲ ਕਹਿੰਦਾ ਵੀ ਆ ਕੇ ਫੱਟੀ ਤੇ ਬੈਠੋ, ਤੁਹਾਨੂੰ ਜਨੇਊ ਧਾਰਨ ਕਰਾਉਣਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਕਾਹਦੇ ਵਾਸਤੇ? ਕਹਿੰਦੇ ਇਹਨੂੰ ਪਹਿਨਣ ਤੋਂ ਬਾਅਦ ਤੂੰ ਸੱਚੇ ਹਿੰਦੂ ਬਣ ਜਾਣਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਵੀ ਮੈਂ ਜਨੇਊ ਨਹੀਂ ਪਹਿਨਣਾ, ਮੈਂ ਜਨੇਊ ਸੱਚ ਦਾ ਪਹਿਨਣਾ ਹੈ। ਜਿਹੜਾ ਜਨੇਊ ਨਾ ਪਾਣੀ ਵਿੱਚ ਰੁੜੇ ਤੇ ਨਾ ਮੈਲਾ ਹੋ ਕੇ ਟੁੱਟੇ ਤੇ ਨਾ ਨੂੰ ਅੱਗ ਸਾੜ ਸਕੇ। ਦਿਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਨਾ ਇਹੋ ਟੁੱਟੈ ਨਾ ਮਨ ਲੱਗੈ, ਨਾ ਇਹੋ ਜਲ ਨਾ ਜਾਏ, ਧੰਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਨਕਾਰ ਕਰ ਦਿੱਤਾ। ਦੇਖੋ ਪਹਿਲੇ ਜਾਮੇ ਵਿੱਚ ਇਨਕਾਰ ਕੀਤਾ ਜਦੋਂ ਧੱਕੇ ਨਾਲ ਜਨੇਊ ਪਾਇਆ ਜਾ ਰਿਹਾ ਸੀ। 9ਵੇਂ ਜਾਮੇ ਵਿੱਚ ਜਦੋਂ ਧੱਕੇ ਨਾਲ ਜਨੇਊ ਔਰੰਗਜ਼ੇਬ ਉਤਾਰਦਾ ਹੈ, ਉਦੋਂ ਆਪਣਾ ਸੀਸ ਵਾਰ ਦਿੱਤਾ, ਆਪਾ ਕੁਰਬਾਨ ਕਰ ਦਿੱਤਾ। ਕਹਿਣ ਤੋਂ ਭਾਵ ਵੀ ਧੱਕੇ ਦੇ ਨਾਲ ਨਾ ਜਨੇਊ ਪਾਇਆ ਤੇ ਨਾ ਧੱਕੇ ਦੇ ਨਾਲ ਜਨੇਊ ਉਤਰਨ ਦਿੱਤਾ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮੱਝਾਂ ਵੀ ਕੁਝ ਚਿਰ ਚਾਰ ਲਿਆ, ਪਰ ਇਹ ਕੰਮ ਵੀ ਉਹਨਾਂ ਨੂੰ ਰਾਸ ਨਾ ਆਇਆ। ਪਿਤਾ ਦੀ ਚਿੰਤਾ ਵੱਧ ਗਈ ਵੀ ਹੁਣ ਕੀ ਕੀਤਾ ਜਾਏ। ਆਖਰ ਫੇਰ ਸਲਾਹ ਮਸ਼ਵਰਾ ਕਰਕੇ ਵੀ ਵਪਾਰ ਦੇ ਕਿੱਤੇ ਵਿੱਚ ਪਾਉਂਦੇ ਆ। ਕੋਲ ਬੁਲਾ ਕੇ 20 ਰੁਪਏ ਦੇ ਕੇ ਪਿਤਾ ਨੇ ਆਖਿਆ ਕੋਈ ਸੱਚਾ ਸੌਦਾ, ਖਰਾ ਸੌਦਾ ਕਰਕੇ ਆਓ, ਜਿਹਦੇ ਚ ਲਾਭ ਹੀ ਲਾਭ ਹੋਵੇ, ਮੁਨਾਫਾ ਹੀ ਮੁਨਾਫਾ ਹੋਵੇ। ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਜੀ ਨੂੰ ਲੈ ਕੇ ਤੁਰੇ। ਹੁਣ 20 ਰੁਪਏ ਲੈ ਕੇ ਸਤਿਗੁਰੂ ਜਦੋਂ ਤੁਰੇ, ਹੁਣ ਜਦੋਂ ਰਸਤੇ ਵਿੱਚ ਵੇਖਦੇ ਨੇ ਭੁੱਖੇ ਸਾਧੂਆਂ ਨੂੰ ਵੇਖਿਆ, ਉਹਨਾਂ ਦਾ ਸਾਸੰਗ ਸੁਣਿਆ। ਸਾਸੰਗ ਸੁਣਨ ਤੋਂ ਬਾਅਦ
ਹੁਣ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਵੀ ਤੁਹਾਡੀ ਕੀ ਸੇਵਾ ਕੀਤੀ ਜਾਏ। ਅੱਗੇ ਸਾਧੂਆਂ ਨੇ ਆਖਿਆ ਅਸੀਂ ਕਈ ਦਿਨ ਦੇ ਭੁੱਖੇ ਆ, ਵੀ ਸਾਨੂੰ ਭੋਜਨ ਛਕਾ ਦਿੱਤਾ ਜਾਏ। ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਏ ਦਾ ਭੋਜਨ ਭੁੱਖੇ ਸਾਧੂ ਨੂੰ ਛਕਾਇਆ। ਘਰ ਵਾਪਸ ਆਏ, ਪਿਤਾ ਗੁੱਸਾ ਹੋਏ ਵੀ ਮੈਂ ਤੁਹਾਨੂੰ ਮੁਨਾਫੇ ਵਾਲਾ ਸੱਚਾ ਸੌਦਾ, ਖਰਾ ਸੌਦਾ ਕਰਨ ਵਾਸਤੇ ਭੇਜਿਆ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਹੱਥ ਜੋੜ ਦਿੱਤੇ ਵੀ ਇਹਦੇ ਤੋਂ ਖਰਾ ਲਾਭ ਵਾਲਾ ਸੌਦਾ ਹੋਰ ਕੀ ਹੋ ਸਕਦਾ ਹੈ। ਕਈ ਦਿਨ ਦੇ ਭੁੱਖੇ ਸਾਧੂ ਜਿਨ੍ਹਾਂ ਨੂੰ ਖਾਣ ਵਾਸਤੇ ਭੋਜਨ ਮਿਲ ਗਿਆ, ਜਿਨ੍ਹਾਂ ਦੇ ਤਨ ਢੱਕਣ ਵਾਸਤੇ ਜਿਨ੍ਹਾਂ ਨੂੰ ਵਸਤਰ ਲੈ ਕੇ ਦੇ ਦਿੱਤੇ, ਇਹਦੇ ਤੋਂ ਖਰਾ ਸੌਦਾ ਮੇਰੀ ਨਜ਼ਰਾਂ ਵਿੱਚ ਹੋਰ ਕੋਈ ਨਹੀਂ। ਦੇਖੋ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਏ ਦਾ ਲੰਗਰ ਲਾਇਆ ਤੇ ਅੱਜ ਪੂਰੇ ਸੰਸਾਰ ਵਿੱਚ ਥਾਂ ਹਰੇਕ ਗੁਰੂ ਘਰ ਵਿੱਚ ਗੁਰੂ ਕਾ ਲੰਗਰ ਉਸ ਦਿਨ ਤੋਂ ਅਟੁੱਟ ਵਰਤ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਵਰਤ ਰਹੀ ਹੈ। ਬਿਨਾ ਜਾਤ ਬਰਾਦਰੀ, ਬਿਨਾ ਮਜ਼ਹਬ, ਬਿਨਾ ਵਿਤਕਰੇ ਤੋਂ ਕੋਈ ਵੀ ਕਿਸੇ ਵੀ ਜਾਤੀ ਦਾ, ਕਿਸੇ ਰੰਗ ਰੂਪ, ਕਿਸੇ ਵੀ ਦੇਸ਼ ਦਾ, ਮਜ਼ਹਬ ਦਾ ਬੰਦਾ ਆ ਕੇ ਲੰਗਰ ਛਕ ਸਕਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੇ ਭੇਦ ਭਾਵ ਮਿਟਾ ਕੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਸਿਧਾਂਤ ਤੇ ਪਹਿਰਾ ਦਿੱਤਾ ਤੇ ਉਹ ਲੰਗਰ ਅੱਜ ਤੱਕ ਨਿਰੰਤਰ ਚੱਲ ਰਹੇ ਨੇ। ਉਧਰ ਭੈਣ ਨਾਨਕੀ ਦਾ ਵਿਆਹ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਵਿਖੇ ਹੋ ਜਾਂਦਾ ਹੈ। ਹੁਣ ਭੈਣ ਨਾਨਕੀ ਵੀ ਚਾਹੁੰਦੀ ਸੀ ਵੀ ਵੀਰ ਝਿੜਕਾਂ ਤੋਂ ਬਚੇ। ਉਹਨਾਂ ਨੇ ਆਪਣੇ ਪਤੀ ਜੈ ਰਾਮ ਜੀ ਨੂੰ ਕਹਿ ਕੇ ਸੁਲਤਾਨਪੁਰ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਵਾਸਤੇ ਇੱਕ ਮੋਦੀ ਦੀ ਨੌਕਰੀ ਲੱਭੀ ਤੇ ਜੈ ਰਾਮ ਜੀ ਨੇ ਆ ਕੇ ਰਾਏ ਬੁਲਾਲ ਦੇ ਨਾਲ ਸਲਾਹ ਕੀਤੀ ਵੀ ਤੁਸੀਂ ਪਿਤਾ ਜੀ ਨਾਲ ਗੱਲ ਕਰੋ, ਤੁਹਾਡੀ ਗੱਲ ਮੰਨਣਗੇ। ਅਸੀਂ ਚਾਹੁੰਦੇ ਹਾਂ ਵੀ ਗੁਰੂ ਨਾਨਕ ਦੇਵ ਇੱਥੋਂ ਜਾਣ, ਉੱਥੇ ਜਾ ਕੇ ਨੌਕਰੀ ਕਰਨ, ਪਿਤਾ ਦੀ ਝਿੜਕਾਂ ਤੋਂ ਬਚ ਜਾਣਗੇ। ਇਹ ਬੇਬੇ ਨਾਨਕੀ ਦਾ ਸੁਨੇਹਾ। ਗੱਲ ਕੀਤੀ, ਪਿਤਾ ਬੜੇ ਖੁਸ਼ ਹੋਏ। ਆਖਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤੋਰ ਦਿੱਤਾ। ਹੁਣ ਇੱਥੇ ਗੱਲ ਧਿਆਨ ਦਿਓ, ਸੁਲਤਾਨਪੁਰ ਉਸ ਵਕਤ ਸਭ ਤੋਂ ਉੱਚਾ ਵਿਦਿਆ ਦਾ ਕੇਂਦਰ ਸੀ, ਵਿਦਿਆ ਦਾ ਅਦਾਰਾ ਸੀ, ਕਿਉਂਕਿ ਜਹਾਂਗੀਰ ਇੱਥੇ ਪੜ੍ਹਿਆ। ਜਹਾਂਗੀਰ ਨੇ ਇੱਥੇ ਤਾਲੀਮ ਲਈ। ਖੁਦ ਔਰੰਗਜ਼ੇਬ 7 ਸਾਲ ਇੱਥੇ ਪੜ੍ਹ ਕੇ ਗਿਆ ਸੁਲਤਾਨਪੁਰ ਵਿਖੇ। ਦਾਰਾ ਸ਼ਕੋ ਇੱਥੇ ਪੜ੍ਹਿਆ, ਮੁਰਾਦ ਇੱਥੇ ਪੜ੍ਹਿਆ। ਇਹ ਸਾਰਿਆਂ ਨੇ ਇੱਥੇ ਵਿਦਿਆ ਪ੍ਰਾਪਤ ਕੀਤੀ। ਹੁਣ ਇੱਥੇ ਗੱਲ ਧਿਆਨ ਦਿਓ ਵੀ ਗੁਰੂ ਨਾਨਕ ਪਾਤਸ਼ਾਹ ਜਿੱਥੇ ਪੂਰਾ ਤੋਲਦੇ ਨੇ, 13 ਤੋਲਦੇ ਨੇ, ਸਭ ਕੁਝ ਪ੍ਰਮਾਤਮਾ ਤੇਰਾ ਹੀ ਹੈ। ਨਾਲੇ ਸਵੇਰੇ ਸ਼ਾਮ ਸਤਸੰਗ ਹੁੰਦਾ, ਦੀਵਾਨ ਸਜਦਾ ਹੈ। ਉਹਨਾਂ ਦਾ ਕਿੰਨਾ ਰੂਹਾਨੀ ਪ੍ਰਚਾਰ ਸੀ, ਕਿੰਨਾ ਰੂਹਾਨੀ ਉਹਨਾਂ ਦਾ ਪ੍ਰਭਾਵ ਸੀ ਕਿ ਸਾਰਿਆਂ ਨੇ ਉਹਨਾਂ ਦੇ ਪ੍ਰਭਾਵ ਨੂੰ ਕਬੂਲਿਆ ਤੇ ਉਹਨਾਂ ਦੇ ਮੁਰੀਦ ਬਣ ਗਏ। ਹੁਣ ਇਹ ਜਦੋਂ ਰਾਸ ਨਾ ਆਇਆ, ਕਾਜੀ ਮੌਲਵੀਆਂ ਨੂੰ ਜਾ ਕੇ, ਦੌਲਤ ਖਾਂ ਨਵਾਬ ਨੂੰ ਜਾ ਕੇ ਆਖਦੇ ਨੇ 13 ਮੋਦੀ ਖਾਨਾ ਗੁਰੂ ਨਾਨਕ ਨੇ ਲੁਟਾ ਦਿੱਤਾ ਹੈ, ਘਾਟੇ ਵਿੱਚ ਪਾ ਦਿੱਤਾ ਹੈ। ਹਿਸਾਬ ਕਿਤਾਬ ਕਰਕੇ ਵੇਖ। ਉਧਰ ਮੋਦੀ ਖਾਨੇ ਦਾ ਹਿਸਾਬ ਕਿਤਾਬ ਹੋਣ ਲੱਗਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਨੇਹਾ ਮਿਲਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਨਿਤ ਦੇ ਕਰਮ ਅਨੁਸਾਰ ਅੱਜ ਵਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਉਤਰੇ। ਅੱਜ ਵਾਪਸ ਨਾ ਆਏ। ਭੈਣ ਨਾਨਕੀ ਨੂੰ ਸੁਨੇਹਾ ਮਿਲਦਾ ਹੈ ਵੀ ਤੇਰਾ ਵੀਰ ਵਈ ਨਦੀ ਵਿੱਚ ਡੁੱਬ ਕੇ ਮਰ ਗਿਆ। ਪਰ ਭੈਣ ਨਾਨਕੀ ਆਖਦੀ ਹੈ ਮੇਰਾ ਵੀਰ ਡੁੱਬ ਨਹੀਂ ਸਕਦਾ, ਉਹ ਤਾਂ ਡੁੱਬਿਆਂ ਨੂੰ ਤਾਰਨ ਵਾਸਤੇ ਸੰਸਾਰ ਤੇ ਆਇਆ ਹੈ, ਉਹਨੂੰ ਕੋਈ ਨਦੀ ਡੁਬੋ ਨਹੀਂ ਸਕਦੀ, ਇਹ ਉਹਦੀ ਕੋਈ ਲੀਲਾ ਹੈ। ਆਖਰ ਗੁਰੂ ਨਾਨਕ ਪਾਤਸ਼ਾਹ ਜੀ 3 ਦਿਨ ਬਾਅਦ ਵੇਈ ਨਦੀ ਤੋਂ ਬਾਹਰ ਨਿਕਲੇ। ਆ ਕੇ ਸ਼ਬਦ ਉਚਾਰਨ ਕੀਤਾ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਬਾਹਰ ਆਏ, ਕਹਿ ਦਿੱਤਾ ਵੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਅਸੀਂ ਸਾਰੇ ਉਸ ਪਰਮਾਤਮਾ ਦੀ ਔਲਾਦ ਆ, ਸਾਰੇ ਉਹਦੇ ਬੱਚੇ ਆ। ਹੁਣ ਉਸ ਵਕਤ ਪੁੱਛਿਆ ਗਿਆ ਸੀ ਵੀ ਹਿੰਦੂ ਚੰਗੇ ਜਾਂ ਮੁਸਲਮਾਨ ਚੰਗੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਵੀ ਜੇਕਰ ਚੰਗੇ ਕਰਮ ਦੋਨੋਂ ਨਹੀਂ ਕਰਦੇ ਤੇ ਦੋਨਾਂ ਨੂੰ ਹੀ ਜਾ ਕੇ ਰੋਣਾ ਪਵੇਗਾ। ਸ਼ੁਭ ਅਮਲਾ ਵਾਜੋਂ ਦੋਨੋਂ ਰੋਈ। ਉਹਨਾਂ ਦਾ ਉਪਦੇਸ਼ ਵੀ ਹਿੰਦੂ ਹੈ ਤਾਂ ਭਾਈ ਸੱਚਾ ਹਿੰਦੂ ਬਣ, ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣ ਕੇ ਵਿਖਾ। ਉਧਰ ਮੋਦੀ ਖਾਨੇ ਦਾ ਹਿਸਾਬ ਹੋਇਆ, ਉਹਦੇ ਵਿੱਚ ਲਾਭ ਮੁਨਾਫਾ ਨਿਕਲਿਆ। ਹੁਣ ਨਵਾਬ ਕਹਿੰਦਾ ਵੀ ਨੌਕਰੀ ਆ ਕੇ ਸੰਭੋ। ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਵੀ ਹੁਣ ਨੌਕਰੀ ਉਸ ਨਿਰੰਕਾਰ
ਪਰਮਾਤਮਾ ਦੀ ਕਰਨੀ ਹੈ ਜਿਹਨੇ ਸਾਨੂੰ ਸੰਸਾਰ ਤੇ ਭੇਜਿਆ। ਜੋ ਜ਼ਿੰਮੇਵਾਰੀ ਨਿਰੰਕਾਰ ਨੇ ਸਾਡੀ ਲਾਈ ਹੈ ਅਸੀਂ ਉਹ ਨੌਕਰੀ ਕਰਾਂਗੇ। ਤੇਰੀ ਨੌਕਰੀ ਅੱਜ ਤੋਂ ਛੱਡੀ। ਹੁਣ ਕਾਜ਼ੀਆਂ ਨੇ ਇੱਥੇ ਨਵਾਬ ਦੇ ਕੰਨ ਭਰੇ ਵੀ ਜੋ ਸਦੀਆਂ ਤੋਂ ਦੋ ਧਰਮ ਚੱਲਦੇ ਆ ਰਹੇ ਨੇ, ਗੁਰੂ ਨਾਨਕ ਨੇ ਦੋਨਾਂ ਧਰਮਾਂ ਨੂੰ ਮੇਟ ਕੇ ਰੱਖ ਦਿੱਤਾ ਹੈ। ਇਹ ਕਹਿੰਦਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਇਹਨਾਂ ਨੂੰ ਆਖਿਆ ਜਾਏ ਸਾਡੇ ਨਾਲ ਆ ਕੇ ਨਵਾਜ਼ ਅਦਾ ਕਰਨ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਾਮੀ ਭਰ ਦਿੱਤੀ। ਮੌਲਵੀ ਕਾਲੀਆਂ ਨੇ, ਮੌਲਵੀ ਕਾਜ਼ੀਆਂ ਨੇ ਹਜ਼ਾਰਾਂ ਦੀ ਗਿਣਤੀ 'ਚ ਭੀੜ ਨੂੰ ਇਕੱਤਰ ਕੀਤਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਨਵਾਜ਼ ਨਹੀਂ ਪੜ੍ਹਨਗੇ, ਇਨਕਾਰੀ ਹੋਣਗੇ, ਇਹਨਾਂ ਨੂੰ ਝੂਠਾ ਸਾਬਤ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਨਵਾਜ਼ ਪੜ੍ਹਨ ਵਾਸਤੇ ਮਸਜਿਦ ਅੰਦਰ ਗਏ। ਨਵਾਜ਼ ਅਦਾ ਹੋਈ। ਗੁਰੂ ਨਾਨਕ ਪਾਤਸ਼ਾਹ ਜੀ ਨਵਾਜ਼ ਅਦਾ ਨਾ ਕੀਤੀ, ਮੁਸਕਰਾਏ। ਨਵਾਜ਼ ਅਦਾ ਹੋਣ ਤੋਂ ਬਾਅਦ ਕਾਜ਼ੀ ਆਖਦਾ ਨਵਾਬ ਜੀ ਇਹਨਾਂ ਨੇ ਨਵਾਜ਼ ਅਦਾ ਨਹੀਂ ਕੀਤੀ ਤੇ ਉਲਟਾ ਮੁਸਕਰਾ ਕੇ ਇਹਨਾਂ ਨੇ ਸਾਡੇ ਧਰਮ ਦੀ ਨਿਰਾਦਰੀ ਕੀਤੀ ਹੈ। ਜਦੋਂ ਨਵਾਬ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਨਵਾਬ ਇੱਥੇ ਤਾਂ ਨਵਾਜ਼ ਅਦਾ ਹੀ ਨਹੀਂ ਹੋਈ, ਕਿਸੇ ਨੇ ਨਵਾਜ਼ ਅਦਾ ਹੀ ਨਹੀਂ ਕੀਤੀ, ਮੈਂ ਨਵਾਜ਼ ਕਿਹਦੇ ਨਾਲ ਪੜਦਾ। ਕਾਜ਼ੀ ਕਹਿੰਦੇ ਇੱਕ ਹੋਰ ਝੂਠ, ਗੁਰੂ ਨਾਨਕ ਦਾ ਵੇਖੋ ਮੈਂ ਤੁਹਾਡੇ ਨਾਲ ਖੁਦ ਨਵਾਜ਼ ਪੜ੍ਹੀ ਹੈ ਤੇ ਗੁਰੂ ਨਾਨਕ ਕਹਿੰਦਾ ਕਿਸੇ ਨੇ ਨਵਾਜ਼ ਅਦਾ ਨਹੀਂ ਕੀਤੀ। ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਨਵਾਬ ਪਹਿਲਾਂ ਤੇਰੇ ਬਾਰੇ ਦੱਸਾਂ ਜਾਂ ਤੇਰੇ ਕਾਜ਼ੀ ਬਾਰੇ? ਕਹਿੰਦਾ ਕਾਜ਼ੀ ਬਾਰੇ। ਕਹਿੰਦੇ ਇਹ ਘਰੋਂ, ਇਹਦੇ ਘਰ ਘੋੜੀ ਸੂਈ ਹੈ, ਬਛੇਰਾ ਖੁੱਲਾ ਛੱਡ ਕੇ ਆਇਆ ਹੈ। ਇਹ ਸਾਰੀ ਨਵਾਜ਼ ਵਿੱਚ ਇਹਦਾ ਧਿਆਨ ਘਰ ਭਟਕਦਾ ਰਿਹਾ ਵੀ ਕਿਤੇ ਬਛੇਰਾ ਖੂਹ 'ਚ ਡਿੱਗ ਕੇ ਨਾ ਮਰ ਜੇ, ਇਹਦਾ ਧਿਆਨ ਇੱਥੇ ਹੈ ਹੀ ਨਹੀਂ ਸੀ। ਰਹੀ ਤੇਰੀ ਗੱਲ, ਤੂੰ ਕਾਬਲੀ ਘੋੜੇ ਖਰੀਦਣ ਵਾਸਤੇ ਗਿਆ ਸੀ ਤੇ ਮੈਂ ਨਵਾਜ਼ ਕਿਹਦੇ ਨਾਲ ਅਦਾ ਕਰਦਾ। ਦੋਨੋਂ ਸ਼ਰਮਸਾਰ ਹੋਏ ਤੇ ਗੁਰੂ ਨਾਨਕ ਪਾਤਸ਼ਾਹ ਚਰਨਾਂ ਤੇ ਢਹਿ ਪਏ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਦ੍ਰਿੜ ਕਰਾਇਆ ਵੀ ਪਰਮਾਤਮਾ ਦੀ ਬੰਦਗੀ ਇਬਾਦਤ ਕਰਨੀ ਹੈ, ਸਾਡਾ ਮਨ ਸਾਡਾ ਚਿੱਤ ਇਕਾਗਰ ਹੋਣਾ ਚਾਹੀਦਾ ਹੈ, ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਣ ਆਪਣੇ ਜੀਵਨ ਕਾਲ ਦੌਰਾਨ 4 ਉਦਾਸੀਆਂ ਕੀਤੀਆਂ ਤੇ ਗੁਰੂ ਨਾਨਕ ਪਾਤਸ਼ਾਹ ਸਮਝਾਉਣ ਦਾ ਢੰਗ ਵੀ ਨਵੇਕਲਾ ਸੀ। ਜਿੱਥੇ ਜਿੱਥੇ ਵੱਡੇ ਵੱਡੇ ਮੇਲੇ ਲੱਗਦੇ ਸਨ, ਹਰਿਦੁਆਰ ਹੋਵੇ, ਬਨਾਰਸ ਹੋਵੇ, ਗਿਆ ਦੀ ਧਰਤੀ ਹੋਵੇ, ਕੁੰਭ ਦਾ ਮੇਲਾ, ਜਿੱਥੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਗਏ, ਕਿਉਂਕਿ ਇੱਕੋ ਵਾਰ ਹਜ਼ਾਰਾਂ ਲੱਖਾਂ ਬੰਦਿਆਂ ਨੂੰ ਸਮਝਾਇਆ ਜਾ ਸਕਦਾ ਸੀ, ਸੱਚ ਦਾ ਮਾਰਗ ਦਿਖਾਇਆ, ਵਹਿਮਾਂ ਭਰਮਾਂ ਤੋਂ ਲੋਕਾਂ ਨੂੰ ਮੁਕਤੀ ਦਿਵਾਈ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੌਰਾਨ 4 ਉਦਾਸੀਆਂ ਕੀਤੀਆਂ ਤੇ ਸਾਰਾ ਸਫ਼ਰ ਦੇਖੋ, ਨੇਪਾਲ, ਚੀਨ, ਭੂਟਾਨ, ਬਰਮਾ, ਸਾਰਾ ਹਿੰਦੁਸਤਾਨ, ਇਰਾਕ, ਬਗਦਾਦ, श्रीलंका तक गुरु नानक पातशाह जी गए। सुमेर पर्वत ते चढ़े जाके सिद्धां नूं फटकार पाई। सिद्ध बड़े हैरान हुए गुरु नानक पातशाह जी नूं वेख के, तुहानूं किहड़ी ताकत इत्थे लैके आई है? गुरु नानक पातशाह जी ने आख्या सी भी मैं परमेश्वर दा नाम जपदा, नाम दी ताकत मैनूं इत्थे तक लैके आई है। तुसीं अपने फर्ज तो मुनकर हो गए हो, तुहानूं ज्ञान है, समझ है, घर बार परिवार छड़ के इत्थे लुक के बह गए हो ते संसार अंदर बुरा हाल है। उत्थे जाके संसार लोकां नूं समझाउंदे, सच दा मार्ग दिखाउंदे, पर तुसीं लुक के बैठे हो। ते गुरु नानक पातशाह जी ने सानूं सिख धर्म च इह फलसफा दृढ़ कराया कि गुरसिखा तैनूं घर बार परिवार छड्डण दी लोड़ नहीं। तू घर रह के, परिवार विच रह के, काम कार करदियां परमेश्वर दा नाम जप, तेरा जपिया होया नाम प्रवान है। तैनूं घर बार छड्डण दी लोड़ नहीं। एक अखर जो गुरमुख जापै तिसकी निर्मल सोए। तू उठदियां बहिंदियां वाहिगुरू दा नाम जप, ओ भाई तेरा लेखे विच है। पर गल इह है जो गुरु अर्जन देव महाराज जी दे वचन, प्रभु की उस्तत करो संत मीत सावधान, एकाग्र चित, तेरा चित एकाग्र होना चाहिए, तेरा मन एकाग्र होना चाहिए। हुण सिद्धां नूं फटकार पाई ते गुरु नानक पातशाह जी समझा दिता भी मेरा सिख किरती होवे, किरत करनी है, नाम जपना ते वंड के छकना है। ते जिन्ने भी वहम भरम सन जो पंडितां ने लोकां नूं वहमां भरमां च पा के अनपढ़ भोले भाले लोकां नूं लुट रहे सन, पंडितां नूं फटकार पाई, उन्हां नूं सच्ची आरती करन दी जाच सिखाई भी परमात्मा दी आरती तां अपने आप हो रही है। गया दे स्थान ते गगन में थाल राव चंद दीपक बने, तार का मंडल जनक मोती, धूप मन आन लो पवन चबरो करे। परमात्मा दी आरती तां अपने आप हो रही है, तुसीं उहदी की आरती करोगे? वो परमात्मा बड़ा बेअंत है,
ਸਾਰੇ ਉਹਦੇ ਅਸੀਂ ਬੱਚੇ ਆ। ਜੋ ਜਾਤ ਪਾਤ ਦਾ ਉਸ ਵਕਤ ਬੋਲਬਾਲਾ ਸੀ, ਕਿਉਂਕਿ ਸੰਸਾਰ ਵਰਨਾਂ ਵਿੱਚ ਵੰਡਿਆ ਹੋਇਆ ਸੀ। ਸਤਿਗੁਰੂ ਨੇ ਸਾਰੇ ਵਰਨਾਂ ਨੂੰ ਇੱਕ ਕਰ ਦਿੱਤਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ ਕਹਿ ਦਿੱਤਾ ਵੀ ਜੋ ਇਹ ਧੁਰ ਤੋਂ ਆਈ ਬਾਣੀ ਹੈ, ਜੋ ਵੀ ਇਹਨੂੰ ਸੁਣੇਗਾ ਉਹਦਾ ਭਾਈ ਪਾਰ ਉਤਾਰਾ ਹੋਵੇਗਾ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ। ਕੇਵਲ ਸ਼ਬਦ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਕਰ ਦਿੱਤਾ। ਭਾਵੇਂ ਸੱਜਣ ਠੱਗ ਹੋਵੇ, ਭੂਮੀਆ ਚੋਰ ਹੋਵੇ, ਕੋਡਾ ਰਾਖਸ਼ ਹੋਵੇ, ਵਲੀ ਕੰਧਾਰੀ ਹੋਵੇ, ਮਲਕ ਭਾਗੋ ਹੋਵੇ, ਕੇਵਲ ਸ਼ਬਦ ਦੀ ਚੋਟ ਕੀਤੀ, ਸ਼ਬਦ ਦੇ ਰਾਹੀਂ ਉਹਨਾਂ ਦੇ ਮਨ ਨੂੰ ਬਦਲਿਆ। ਤੇ ਮੱਕੇ ਵਿਖੇ ਜਾ ਕੇ ਇਹ ਗੱਲ ਦ੍ਰਿੜ ਕਰਾ ਦਿੱਤੀ ਵੀ ਖੁਦਾ ਪਰਮਾਤਮਾ ਕੇਵਲ ਇੱਕ ਥਾਂ ਨਹੀਂ, ਉਹ ਹਰੇਕ ਥਾਂ ਵਸਦਾ ਹੈ, ਹਰੇਕ ਜੀਵ ਦੇ ਅੰਦਰ ਵਸਦਾ ਹੈ। ਉਹਦੀ ਕੋਈ ਵਿਸ਼ੇਸ਼ ਥਾਂ ਨਹੀਂ, ਉਹਦਾ ਕੋਈ ਵਿਸ਼ੇਸ਼ ਰੂਪ ਨਹੀਂ, ਵਿਸ਼ੇਸ਼ ਰੰਗ ਨਹੀਂ। ਆਪਾਂ ਪੜ੍ਹਦੇ ਆ ਨਾ, ਜਹ ਜਹ ਪੇਖੋਂ ਤਹਿ ਹਜੂਰ, ਦੂਰ ਕਤੋਂ ਨਾ ਜਾਹੀ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਪਰਮਾਤਮਾ ਹਰੇਕ ਥਾਂ ਵਸਿਆ, ਹਰੇਕ ਥਾਂ ਰਮਿਆ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰੇਕ ਭੇਖ। ਸਮਝਾ ਦਿੱਤਾ ਵੀ ਤਾਂ ਕੋਈ ਰੰਗ ਰੂਪ ਨਹੀਂ, ਉਹ ਹਰੇਕ ਥਾਂ ਹਰੇਕ ਜੀਵ ਦੇ ਅੰਦਰ ਪਰਮਾਤਮਾ ਵਸਦਾ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਉਦਾਸੀਆਂ ਕਰਕੇ ਜਿੱਥੇ ਸਮੁੱਚੇ ਸੰਸਾਰ ਨੂੰ ਸਿੱਧੇ ਰਸਤੇ ਤੇ ਪਾਇਆ, ਉੱਥੇ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਬੀਜ ਬੋਇਆ। ਆਪ ਬਾਣੀ ਰਚੀ, ਜੋ ਸਾਡੇ ਤੇ ਬਹੁਤ ਵੱਡਾ ਉਪਕਾਰ ਕੀਤਾ। ਹੋਰ ਭਗਤਾਂ ਤੋਂ ਬਾਣੀ ਲਈ, ਉਹ ਬਾਣੀ ਫਿਰ ਪਹਿਲੇ ਪਾਤਸ਼ਾਹ ਤੋਂ ਦੂਜੇ ਪਾਤਸ਼ਾਹ ਕੋਲ, ਤੀਜੇ ਪਾਤਸ਼ਾਹ ਕੋਲ, ਚੌਥੇ ਪਾਤਸ਼ਾਹ ਕੋਲ, ਅਖੀਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪ ਵਿੱਚ ਇੱਕ ਥਾਲ ਪਰੋਸਿਆ ਗਿਆ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਆਧਾਰੋ। ਇਹ ਥਾਲ ਪਰੋਸ ਕੇ ਸਾਡੇ ਸਾਹਮਣੇ ਰੱਖਿਆ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮੁੱਚੇ ਆਪਣੇ ਜੀਵਨ ਕਾਲ ਦੌਰਾਨ, ਕਹਿ ਸਕਦੇ ਹਾਂ ਸੰਸਾਰ ਵਿੱਚ ਜਿੰਨੇ ਵਹਿਮ ਭਰਮ ਕਰਮ ਕਾਂਡ ਸਨ, ਸਾਰਿਆਂ ਨੂੰ ਮਿਟ ਕੇ ਰੱਖ ਦਿੱਤਾ। ਤੇ ਸਭ ਧਰਮਾਂ ਨੇ ਉਹਨਾਂ ਨੂੰ ਸਾਂਝਾ ਗੁਰੂ, ਸਾਂਝਾ ਪੀਰ, ਸਾਂਝਾ ਰਹਿਬਰ ਕਰਕੇ ਕਬੂਲਿਆ। ਇਹ ਸਾਡੇ ਵੱਡੇ ਭਾਗ ਹਨ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਸਿੱਖ ਹਾਂ। ਤੇ ਉਸ ਤੋਂ ਉੱਤਮ ਭਾਗ ਹਨ ਕਿ ਅਸੀਂ ਅੱਜ ਇਸ ਪਾਵਨ ਦਿਹਾੜੇ ਨੂੰ ਮਨਾ ਰਹੇ ਹਾਂ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਵੀ ਸਾਨੂੰ ਇਹ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੋ ਅਰਦਾਸ ਕਰਨੀ ਹੈ ਗੁਰੂ ਨਾਨਕ ਪਾਤਸ਼ਾਹ ਚਰਨਾਂ ਵਿੱਚ, ਸਤਿਗੁਰੂ ਜੀ ਕਿਰਪਾ ਕਰਨ, ਜੋ ਉਹਨਾਂ ਨੇ ਰੂਹਾਨੀਅਤ ਦਾ, ਸੱਚ ਦਾ ਮਾਰਗ ਉਹਨਾਂ ਨੇ ਦਰਸਾਇਆ, ਉਹਦੇ ਤੇ ਸਾਨੂੰ ਚੱਲਣ ਦਾ ਉਹ ਬਲ ਬਖਸ਼ਣ। ਤੇ ਅਰਦਾਸ ਕਰਨੀ ਹੈ ਸਾਡਾ ਸਾਰਿਆਂ ਦਾ ਜਿਹੜਾ ਜੀਵਨ ਉਹ ਬਾਣੀ ਪੜ੍ਹਦੇ ਆ, ਸੁਖਮਈ ਆਨੰਦਮਈ ਪ੍ਰਭੂ ਚਰਨਾਂ ਵਿੱਚ ਜੁੜਿਆ ਸਾਡਾ ਬਤੀਤ ਕਰਾਉਣ। ਅਰਦਾਸ ਕਰੀਏ, ਕਬੀਰ ਏਕ ਘੜੀ ਆਦਿ ਘਰੀ, ਆਦਿ ਹੁੰਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਜਿਹੜਾ ਸਮਾਂ ਸੀ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਬਿਤਾਇਆ, ਗੁਰੂ ਸਾਹਿਬ ਦੀ ਯਾਦ ਵਿੱਚ ਬਿਤਾਇਆ, ਉਹ ਸਾਡਾ ਸਮਾਂ ਲੇਖੇ ਵਿੱਚ ਹੈ, ਪ੍ਰਵਾਨ ਹੈ। ਇੱਕ ਵਾਰ ਫੇਰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਫੇਰ ਦੁਬਾਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।